ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਣ ਜੋਗ ਦਇਆਲ ਹੈ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾਂ। ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ। ਮਨ ਰੇ
ਸਾਚਾ ਗਹੋ ਵਿਚਾਰਾ। RAM ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ। ਰਹਾਉ ਜਾ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹਿ ਤਿਹ ਪਾਰਾ। ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹਿ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹਿ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਵਰ ਛਤਰ ਦੇ ਮਾਲਕ, ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦਾ ਇਸ ਭਾਗ ਸਮਾਂ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੀਆਂ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਦੀਨਾ ਬੰਧੂ, ਕਿਰਪਾ ਦੇ ਸਾਗਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਰਾਗ ਜੈਤਸਰੀ ਦੇ ਅੰਦਰ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਇਹ ਤੀਸਰਾ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਆਪਣੇ ਸ਼੍ਰੀ ਕੰਠ ਤੋਂ ਬਖਸ਼ਿਸ਼ ਕਰਦੇ ਹੈ, ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਜੈਤਸਰੀ ਦੇ ਅੰਦਰ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮਨ ਰੇ ਸਾਚਾ ਗਹੋ ਵਿਚਾਰਾ। ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੋ ਸੰਸਾਰ ਵਿੱਚੋਂ ਗ੍ਰਹਿਣ ਕਰਨ ਵਾਲੀ ਚੀਜ਼ ਹੈ ਉਹ ਆਪ ਕਿਰਪਾ ਕਰਕੇ ਦੱਸੋ, ਉਸ ਨੂੰ ਅਸੀਂ ਗ੍ਰਹਿਣ ਕਰ ਲਈਏ। ਸੰਸਾਰ ਦੇ ਅੰਦਰ ਸੱਚੇ ਪਾਤਸ਼ਾਹ ਜੋ ਕੁਝ ਭਾਸਦਾ ਏ, ਪਦਾਰਥਾਂ ਦੀ ਬਹੁਬਲਤਾ ਦਿਸਦੀ ਹੈ, ਮਹਾਰਾਜ ਆਪ ਇਸ ਸੰਸਾਰ ਦੀ ਰਚਨਾ ਬਾਬਤ ਵੀ ਦੱਸੋ ਕਿ ਇਸ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ, ਮਹਾਰਾਜ ਪੱਕੇ ਤੌਰ 'ਤੇ ਧਾਰਨ ਕੀਤਾ ਜਾ ਸਕਦਾ ਹੈ, ਪਕੜਿਆ ਜਾ ਸਕਦਾ ਹੈ ਕਿ ਜਾਂ ਕਰਕੇ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੀ
ਬੇਨਤੀ ਸੁਣ ਕੇ ਹਜੂਰ ਫਰਮਾਉਂਦੇ ਹਨ, ਮਨ ਰੇ ਸਾਚਾ ਗਹੋ ਵਿਚਾਰਾ। ਸਤਿਗੁਰੂ ਜੀ ਮਨ ਦੇ ਪਰਥਾਏ ਉਪਦੇਸ਼ ਦਿੰਦੇ ਨੇ, ਹੇ ਮੇਰੇ ਮਨਾ, ਜੋ ਸੱਚ ਦੀ ਵਿਚਾਰ ਹੈ ਨਾ, ਇਸ ਨੂੰ ਗ੍ਰਹਿਣ ਕਰ। ਸੱਚਾ ਜੋ ਨਾਮ ਹੈ ਵਾਹਿਗੁਰੂ ਦਾ, ਉਸ ਨੂੰ ਗ੍ਰਹਿਣ ਕਰ ਲੈ, ਕਿਉਂਕਿ ਇਹ ਸਾਰਾ ਪਸਾਰਾ ਜਿਹੜਾ ਹੈ ਇਹ ਝੂਠਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਰਮਾਇਆ ਕਿ ਸੰਸਾਰ ਦੇ ਅੰਦਰ ਜੇ ਕੁਝ ਨਾਲ ਨਿਭਦਾ ਹੈ, ਜਿਸ ਨੂੰ ਗ੍ਰਹਿਣ ਕਰ ਸਕਦਾ ਹੈ ਜੀਵ, ਉਹ ਹੈ ਸੱਚ ਦੀ ਵਿਚਾਰ। ਸੱਚ ਕੀ ਹੈ, ਅਸੱਤ ਕੀ ਹੈ, ਇਸ ਨੂੰ ਆਪਣੇ ਅੰਦਰ ਜੋ ਹੈ ਧਾਰਨ ਕਰਨਾ ਕਿ ਮੈਂ ਸੱਤ ਪਦਾਰਥਾਂ ਨੂੰ ਗ੍ਰਹਿਣ ਕੀਤਾ ਹੋਇਆ ਹੈ ਕਿ ਜਾਂ ਅਸੱਤ ਪਦਾਰਥਾਂ ਨੂੰ ਗ੍ਰਹਿਣ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ, ਆਪਣੇ ਮਨ ਨੂੰ ਜਗਾ ਕੇ ਤੇ ਪੁੱਛਣਾ ਚਾਹੀਦਾ ਕਿ ਮਨਾ, ਤੂੰ ਕਿਸ ਵਿਚਾਰ ਨੂੰ ਗ੍ਰਹਿਣ ਕੀਤਾ ਹੋਇਆ ਹੈ। ਜੇ ਕਰਕੇ ਤੂੰ ਸੰਸਾਰ ਦੇ ਪਦਾਰਥਾਂ ਨੂੰ ਗ੍ਰਹਿਣ ਕੀਤਾ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਸੰਸਾਰ ਦੇ ਪਦਾਰਥਾਂ ਦੀ ਕੀ ਹਾਲਤ ਹੈ, ਜਿਨ੍ਹਾਂ ਨੂੰ ਤੂੰ ਆਪਣੇ ਮਨ ਵਿੱਚ ਪਕੜਿਆ ਹੋਇਆ, ਧਾਰਨ ਕੀਤਾ ਹੋਇਆ ਸੱਚੇ ਜਾਣ ਕੇ। ਰਾਮ ਨਾਮ ਬਿਨ ਮਿਥਿਆ ਮਾਨੋ। ਕਿਉਂਕਿ ਰਾਮ ਦੇ ਨਾਮ ਤੋਂ ਬਿਨਾ ਮਹਾਰਾਜ ਨੇ ਕਿਹਾ ਸਭ ਕੁਝ ਹੀ ਮਿਥਿਆ ਹੈ। ਜਿਹੜੀ ਚੀਜ਼ ਕੇਵਲ ਦਿਸਣ ਮਾਤਰ ਦਿਸੇ, ਨਾ ਪਹਿਲੋਂ ਹੋਵੇ ਨਾ ਵਰਤਮਾਨ ਵਿੱਚ ਹੋਵੇ ਤੇ ਬਾਅਦ ਵਿੱਚ ਤਾਂ ਫਿਰ ਉਸ ਹੋਣਾ ਹੀ ਕੀ ਹੈ। ਇਉਂ ਤਿੰਨਾਂ ਕਾਲਾਂ 'ਚ ਜਿਹੜੀ ਚੀਜ਼ ਨਾ ਹੋਵੇ, ਕੇਵਲ ਦਿਸਣ ਮਾਤਰ ਦਿਸੇ, ਉਹਨੂੰ ਮਿਥਿਆ ਕਹਿੰਦੇ ਹੈ। ਮਹਾਰਾਜ ਕਹਿੰਦੇ ਹਨ ਇਹ ਜੋ ਸੰਸਾਰ ਹੈ, ਮਹਾਰਾਜ ਫਰਮਾਉਂਦੇ ਹਨ, ਰਾਮ ਨਾਮ ਬਿਨ ਮਿਥਿਆ ਮਾਨੋ। ਰਾਮ ਦੇ ਨਾਮ ਤੋਂ ਬਿਨਾ ਜੋ ਰਮਿਆ ਹੋਇਆ ਪਰਮੇਸ਼ਰ, ਉਹਦੇ ਨਾਮ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸਭ ਕੁਝ ਝੂਠ ਹੈ। ਸਗਰੋ ਇਹੋ ਸੰਸਾਰਾ। ਇਹ ਸਾਰਾ ਜਿਹੜਾ ਸੰਸਾਰ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਨਾਸ਼ਵੰਤ ਹੈ, ਇਹ ਝੂਠ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਵਾਹਿਗੁਰੂ ਤੋਂ ਬਿਨਾ ਕੁਝ ਵੀ ਇਸ ਸੰਸਾਰ ਦੇ ਅੰਦਰ ਸੱਚਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਰਾਮ ਦੇ ਨਾਮ ਤੋਂ ਬਿਨਾ ਸਾਰੇ ਸੰਸਾਰ ਨੂੰ ਮਿਥਿਆ ਜਾਣ ਲੈ, ਝੂਠ ਜਾਣ ਲੈ। ਇਹ ਸਾਰਾ ਸੰਸਾਰ ਹੀ ਨਾਸ਼ਵੰਤ ਹੈ, ਕੇਵਲ ਦਿਸਣ ਮਾਤਰ ਤੈਨੂੰ ਦਿਸ ਰਿਹਾ ਹੈ। ਨਾ ਇਹ ਪਹਿਲਾਂ ਸੀ, ਨਾ ਇਹ ਹੁਣ ਮੈਂ, ਕੇਵਲ ਤੈਨੂੰ ਦਿਖਾਈ ਦੇ ਰਿਹਾ, ਪ੍ਰਤੀਤ ਹੋ ਰਿਹਾ ਹੈ। ਤੇ ਬਾਅਦ ਵਿੱਚ ਫਿਰ ਕਿਵੇਂ ਹੋਵੇਗਾ? ਉਹਨਾਂ ਮਿੱਥਿਆ ਚੀਜ਼ਾਂ ਦਾ ਮਹਾਰਾਜ ਜੀ ਨੇ ਪ੍ਰਮਾਣ ਦੇ ਕੇ ਬਾਣੀ ਵਿੱਚ ਕਿਹਾ ਕਿ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਇਹ ਜਗਤ ਹੈ। ਮ੍ਰਿਗ ਤ੍ਰਿਸ਼ਨਾ ਦਾ ਜਲ ਪਹਿਲੋਂ ਵੀ ਨਹੀਂ ਹੁੰਦਾ ਤੇ ਵਰਤਮਾਨ 'ਚ ਵੀ ਹੁੰਦਾ ਨਹੀਂ, ਕਿਉਂਕਿ ਉੱਥੇ ਜਲ ਹੁੰਦਾ ਹੀ ਨਹੀਂ ਹੈ। ਤੇ ਫਿਰ ਜਦੋਂ ਪਹਿਲਾਂ ਨਹੀਂ, ਵਰਤਮਾਨ 'ਚ ਨਹੀਂ, ਤੇ ਬਾਅਦ 'ਚ ਕਿਵੇਂ ਹੋ ਸਕਦਾ ਹੈ? ਇਉਂ ਮਹਾਰਾਜ ਨੇ ਕਿਹਾ ਸੰਸਾਰ ਦੀ ਇਹ ਰਚਨਾ ਹੈ ਤੇ ਇਹ ਸੰਸਾਰ ਦੀ ਰਚਨਾ ਵਿੱਚੋਂ ਸਿੱਖੋ ਸਾਚਾ ਗਹੋ ਵਿਚਾਰਾ। ਸੱਚੇ ਨਾਮ ਦੀ ਵਿਚਾਰ ਨੂੰ ਗ੍ਰਹਿਣ ਕਰ ਲਓ, ਸੱਚੇ ਨਾਮ ਨੂੰ ਇਸ ਸੰਸਾਰ ਦੇ ਅੰਦਰ ਗ੍ਰਹਿਣ ਕਰ ਲਓ। ਕਿਉਂਕਿ ਜੋ ਇਹ ਸੰਸਾਰ ਹੈ, ਇਸ ਸੰਸਾਰ ਦੇ ਅੰਦਰ ਬਹੁਤ ਸਾਰੇ ਜੀਵ ਨੂੰ ਸਰੀਰ ਕਰਕੇ ਸੁੱਖ ਪ੍ਰਾਪਤ ਹੁੰਦੇ ਹੈ, ਬੜੇ ਵਿਸ਼ਿਆਂ ਦੇ ਸੁੱਖ ਹਨ। ਹੋਰ ਸੰਸਾਰ ਦੇ ਅੰਦਰ ਮਾਇਆ ਦੀ ਬੜੀ ਬਹੁਬਲਤਾ ਹੈ। ਇਸ ਵਿੱਚ ਪੈ ਕਰਕੇ ਜੀਵ ਕੋਲੋਂ ਨਾਮ ਨਹੀਂ ਜਪਿਆ ਜਾਂਦਾ, ਨਾਮ ਨੂੰ ਗ੍ਰਹਿਣ ਨਹੀਂ ਕਰਦਾ। ਗ੍ਰਹਿਣ ਕਰਨਾ ਹੁੰਦਾ ਹੈ ਆਪਣੀ ਸੁਰਤ ਦੇ ਅੰਦਰ ਧਾਰਨ ਕਰਨਾ, ਗ੍ਰਹਿਣ ਕਰਨਾ ਹੁੰਦਾ ਹੈ ਮਨ ਕਰਕੇ ਨਾਮ ਨੂੰ ਸਤ ਜਾਣਨਾ, ਨਾਮ ਵਿੱਚ ਨਿਸ਼ਚਾ ਕਰਨਾ, ਦੇਹਾਂ ਨੂੰ ਝੂਠ ਜਾਣਨਾ।
ਤੇ ਜਿਹੜਾ ਸਾਡੇ ਅੰਦਰ ਜੋ ਸਾਡਾ ਵਾਸਤਵ ਰੂਪ ਹੈ, ਆਪਣੇ ਉਸ ਵਾਸਤਵ ਰੂਪ ਨੂੰ ਪਹਿਚਾਨਣਾ, ਇਹ ਹੈ ਸੱਚ ਦੀ ਵਿਚਾਰ ਨੂੰ ਗ੍ਰਹਿਣ ਕਰਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜੇ ਕਰਕੇ ਮਨਾ ਤੂੰ ਸੱਚ ਦੀ ਵਿਚਾਰ ਨੂੰ ਗ੍ਰਹਿਣ ਨਾ ਕੀਤਾ, ਸੰਸਾਰ ਨੂੰ ਸੱਚ ਮੰਨਿਆ, ਜੋ ਕੁਝ ਤੂੰ ਗ੍ਰਹਿਣ ਕੀਤਾ ਹੋਇਆ, ਧਾਰਨ ਕੀਤਾ ਹੋਇਆ ਹੈ, ਇਹ ਅਸਲ ਵਿੱਚ ਤੇਰਾ ਭੁਲੇਖਾ ਏ। ਮ੍ਰਿਗ ਤ੍ਰਿਸ਼ਨਾ ਦੇ ਜਲ ਨੂੰ ਕੋਈ ਧਾਰਨ ਕਰ ਹੀ ਨਹੀਂ ਸਕਿਆ, ਕੋਈ ਪਕੜ ਹੀ ਨਹੀਂ ਸਕਿਆ। ਸੰਸਾਰ ਨੂੰ ਕੋਈ ਪਕੜ ਸਕਿਆ ਹੋਵੇ ਤਾਂ ਉਸ ਦੀ ਬਾਬਤ ਦੱਸੋ। ਰਾਵਣ ਨਹੀਂ ਪਕੜ ਸਕਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਏਡੇ ਏਡੇ ਸੰਸਾਰ ਵਿੱਚੋਂ ਹੋ ਗੁਜ਼ਰੇ ਜਿਹੜੇ ਜਾਣਾ ਨਹੀਂ ਸੀ ਚਾਹੁੰਦੇ, ਤੇ ਮਹਾਰਾਜ ਕਹਿੰਦੇ ਉਹ ਭਾਈ ਇਸ ਸੰਸਾਰ ਤੋਂ ਚਲੇ ਗਏ ਐ, ਸੰਸਾਰ ਦੇ ਪਦਾਰਥਾਂ ਨੂੰ ਉਹ ਨਹੀਂ ਪਕੜ ਸਕੇ। ਜੋ ਕੁਝ ਦੇਹ ਦੇ ਸਮੇਤ ਹੈ, ਇਹਨੂੰ ਜੀਵ ਤੂੰ ਪਕੜ ਨਹੀਂ ਸਕੇਗਾ, ਕਿਉਂਕਿ ਸਭ ਕੁਝ ਚਲਾਏਮਾਨ ਹੈ। ਜੇ ਕੁਝ ਤੂੰ ਧਾਰਨ ਕਰ ਸਕਦਾ ਨਾ, ਆਪਣਾ ਬਣਾ ਸਕਦਾ ਹੈ, ਜੇ ਕਰਕੇ ਪਕੜ ਸਕਦਾ ਹੈ, ਤੇ ਮਹਾਰਾਜ ਕਹਿੰਦੇ ਉਹ ਪ੍ਰੇਮ ਰੂਪੀ ਹੱਥਾਂ ਨਾਲ ਵਾਹਿਗੁਰੂ ਦੇ ਨਾਮ ਨੂੰ ਤੂੰ ਗ੍ਰਹਿਣ ਕਰ ਸਕਦਾ ਹੈ। ਤੇ ਇਹ ਨਾਮ ਇੱਕ ਪਦਾਰਥ ਦੀ ਤਰ੍ਹਾਂ, ਹਸਤੀ ਦੀ ਤਰ੍ਹਾਂ ਹੈ, ਤੇਰੇ ਨਾਲ ਨਿਭੇਗਾ। ਸਿਰਫ ਤੈਨੂੰ ਮਾਇਆ ਦੇ ਭਰਮ ਕਰਕੇ ਅਸਤ ਪਦਾਰਥ ਸਤ ਭਾਸ ਰਹੇ ਹੈ, ਤੇ ਸੱਚਾ ਨਾਮ ਤੈਨੂੰ ਜਿਹੜਾ ਹੈ, ਜੋ ਸਤ ਸਰੂਪ ਵਾਹਿਗੁਰੂ ਜੀ ਹੈ, ਉਹ ਤੈਨੂੰ ਅਸਤ ਭਾਸ ਰਹੇ ਹਨ ਕਿ ਨਹੀਂ ਹਨ। ਪਰਮੇਸ਼ਰ ਦੀ ਸੱਤਾ ਤੈਨੂੰ ਮਹਿਸੂਸ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਐ, ਤੂੰ ਗੁਰੂ ਜੀ ਦੁਆਰਾ, ਜੋ ਸਤਿਗੁਰੂ ਜੀ ਨੇ ਸੱਚੇ ਨਾਮ ਦੀ ਗੁਰੂ ਨਾਨਕ ਸਾਹਿਬ ਨੇ ਵਿਚਾਰ ਬਖਸ਼ਿਸ਼ ਕੀਤੀ ਹੈ ਨਾ, ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਹੈ, ਤੂੰ ਧੁਰ ਕੀ ਬਾਣੀ ਨੂੰ ਗ੍ਰਹਿਣ ਕਰ ਲੈ, ਧਾਰਨ ਕਰ ਲੈ। ਭਾਵ ਆਪਣਾ ਜੀਵਨ ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਮੁਤਾਬਕ ਢਾਲ ਲੈ, ਇਸ ਸੱਚੇ ਵਿਚਾਰ ਨੂੰ ਗ੍ਰਹਿਣ ਕਰ ਲੈ। ਮਨ ਰੇ ਸਾਚਾ ਗਹੋ ਵਿਚਾਰਾ, ਇਹ ਸੱਚ ਦੀ ਵਿਚਾਰ ਨੂੰ ਗ੍ਰਹਿਣ ਕਰ, ਧਾਰਨ ਕਰ। ਜੇ ਕਰਕੇ ਤੂੰ ਭੁਲੇਖੇ ਦਾ ਸ਼ਿਕਾਰ ਹੋ ਗਿਆ, ਤਾਂ ਵੀ ਸੁੱਤੇ ਪਏ ਮਨ ਨੂੰ ਜਗਾ ਲੈ। ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਵਾ ਉਪਦੇਸ਼ ਹੈ, ਇਹ ਤੇਰੇ ਗਾਫਲ ਮਨ ਨੂੰ, ਸੁੱਤੇ ਮਨ ਨੂੰ ਜਗਾ ਦੇਵੇਗਾ, ਤੇ ਤੂੰ ਝੂਠੇ ਪਦਾਰਥਾਂ ਨੂੰ ਛੱਡ ਕੇ, ਝੂਠਿਆਂ ਦੇਹਾਂ ਦਾ ਮੋਹ ਛੱਡ ਕੇ, ਤੇ ਸੱਚੇ ਨਾਮ ਨੂੰ ਗ੍ਰਹਿਣ ਕਰ ਲੈ, ਧਾਰਨ ਕਰ ਲੈ। ਗ੍ਰਹਿਣ ਕਰਨਾ ਕੀ ਹੈ? ਨਾਮ ਦੀ ਕਮਾਈ ਕਰਨੀ ਹੈ। ਨਾਮ ਦਾ ਜੋ ਗੁਰੂ ਜੀ ਨੇ ਮੰਤਰ ਦਿੱਤਾ ਹੈ, ਵਾਹਿਗੁਰੂ ਮੰਤਰ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ। ਇਸ ਕਰਕੇ ਜੇ ਕਰਕੇ ਤੂੰ ਗ੍ਰਹਿਣ ਕਰਨਾ ਹੈ ਸੱਚ ਦੀ ਵਿਚਾਰ ਨੂੰ, ਤੇ ਫਿਰ ਸੱਚੇ ਨਾਮ ਦਾ ਜਾਪ ਕਰਿਆ ਕਰ, ਸੱਚੇ ਨਾਮ ਨੂੰ ਕਮਾਇਆ ਕਰ, ਪਰਉਪਕਾਰ ਕਰਿਆ ਕਰ। ਸਦਾ ਇਹ ਚਿੰਤਨ ਆਪਣੇ ਮਨ ਦੇ ਅੰਦਰ ਕਰਿਆ ਕਰ ਕਿ ਰਹਿਣ ਵਾਲਾ ਕੇਵਲ ਵਾਹਿਗੁਰੂ ਆਪ ਹੈ, ਬਾਕੀ ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ। ਇਹ ਸੱਚ ਦੀ ਵਿਚਾਰ ਹੈ। ਫਿਰ ਸੱਚ ਦੀ ਵਿਚਾਰ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਵਿੱਚ ਦੱਸੀ ਜਾਂਦੀ ਹੈ, ਤੇ ਉਸ ਕਥਾ ਵਿੱਚ, ਧੁਰ ਕੀ ਬਾਣੀ ਦੀ ਕਥਾ ਵਿੱਚ ਜੋ ਸੱਚੇ ਨਾਮ ਦੀ ਵਿਚਾਰ ਤੂੰ ਸੁਣੀ ਹੈ, ਉਸ ਨੂੰ ਸੁਣ ਕੇ ਕੰਨ ਵਿੱਚੋਂ ਤੇ ਇੱਕ ਚੋਂ ਬਾਹਰ ਸੁਣ ਕੇ ਦੂਸਰੇ ਚੋਂ ਬਾਹਰ ਕੱਢ ਦਿੰਦਾ, ਨਹੀਂ ਉਸ ਨੂੰ ਧਾਰਨ ਕਰ ਲੈ। ਸੱਚੇ ਪਾਤਸ਼ਾਹ ਜੀ ਮਨ ਨੂੰ ਉਪਦੇਸ਼ ਦਿੰਦੇ ਹੈ, ਤੇ ਅਸੀਂ ਆਪਣੇ ਮਨ ਨੂੰ ਪ੍ਰਬੋਧੀਏ। ਇਹ ਮਨਾ ਵੇਖ, ਤੂੰ ਸੁਣਦਾ ਵੀ ਹੈ ਤੇ ਸਮਝਦਾ ਵੀ ਹੈ, ਤੇ ਫਿਰ ਵੀ ਸੱਚੇ ਨਾਮ ਨੂੰ ਗ੍ਰਹਿਣ ਨਹੀਂ ਕਰਦਾ ਹੈ। ਕਿਉਂਕਿ ਜੇ ਤੂੰ ਗ੍ਰਹਿਣ ਕਰਦਾ ਹੁੰਦਾ ਤੇ ਫਿਰ ਤੂੰ ਬਹੁਤ ਸਾਰੀ ਕਮਾਈ ਕਰ ਲੈਣੀ ਸੀ। ਤੂੰ ਜਿਸ ਚੀਜ਼ ਨੂੰ ਸੱਚਾ ਮੰਨਿਆ ਹੋਇਆ ਉਹਨੂੰ ਇਕੱਠਿਆਂ ਕਰ ਰਿਹਾ ਹੈ। ਸੰਸਾਰ ਵਿੱਚ ਜੋ ਕੁਝ ਆਪਾਂ ਇਕੱਠਾ ਕਰਦੇ ਹਾਂ, ਨਿਭਣ ਵਾਲਾ ਸਮਝਦੇ ਹਾਂ, ਉਸੇ ਨੂੰ ਹੀ ਫਿਰ ਗ੍ਰਹਿਣ ਕੀਤਾ ਹੋਇਆ ਨਾ। ਜੇ ਕਰਕੇ ਆਪਾਂ ਮੁੱਖ ਨਾਲ ਕਹੀ ਜਾਈਏ ਕਿ ਸੱਚੇ ਨਾਮ ਨੂੰ ਗ੍ਰਹਿਣ ਕੀਤਾ, ਪਰ
ਮਨ ਤਾਂ ਸਾਰਾ ਸੰਸਾਰ ਦੀ ਉਲਝਣ ਵਿੱਚ ਹੀ ਫਸਿਆ ਹੋਇਆ ਹੈ ਤੇ ਪਦਾਰਥਾਂ ਦੀ ਬਹੁਬਲਤਾ ਵਿੱਚ ਹੀ ਫਸਿਆ ਹੋਇਆ ਹੈ। ਫਿਰ ਜੋ ਕੁਝ ਇਕੱਠਾ ਕੀਤਾ ਹੈ, ਭਾਵੇਂ ਸਰੀਰ ਕਰਕੇ ਕੀਤਾ ਏ, ਤੇ ਮਨ ਦਾ ਪਿਆਰ ਉਹਨਾਂ ਵਿੱਚ ਲੱਗਾ ਹੋਇਆ ਹੈ, ਫਿਰ ਸੱਚੇ ਵਿਚਾਰ ਨੂੰ ਥੋੜ੍ਹੋ ਗ੍ਰਹਿਣ ਕੀਤਾ ਹੈ। ਭਾਵੇਂ ਕਿ ਸਰੀਰ ਦੀਆਂ ਲੋੜਾਂ ਨੇ ਉਹ ਵਾਹਿਗੁਰੂ ਜੀ ਆਪ ਪੂਰਤੀ ਕਰਦੇ ਐ। ਮਹਾਰਾਜ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਇਹਨਾਂ ਵਿੱਚ ਨਾ ਲਾ, ਕਿਉਂਕਿ ਇਹ ਪਹਿਲਾਂ ਕਿਸੇ ਨਾਲ ਨਹੀਂ ਨਿਭੇ, ਹੁਣ ਕਿਹਦੇ ਨਾਲ ਨਿਭ ਜਾਣਗੇ। ਸੱਚੇ ਪਾਤਸ਼ਾਹ ਕਹਿੰਦੇ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਝੂਠੇ ਐ। ਇਸ ਕਰਕੇ ਸਤਿਗੁਰਾਂ ਜੀ ਨੇ ਇਹ ਵਾਕ ਆਖਿਆ ਕਿ ਬਈਏ ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ। ਨਾ ਕੋਈ ਸੰਸਾਰ ਵਿੱਚ ਲੈ ਕੇ ਆਇਆ ਸੀ ਇਹ ਪਦਾਰਥ ਸਾਰੇ, ਜਿਨ੍ਹਾਂ ਨੂੰ ਤੂੰ ਸੱਚਾ ਮੰਨ ਕੇ ਦੇਹ ਦੇ ਸਮੇਤ ਪਕੜਿਆ ਹੋਇਆ ਹੈ, ਤੇ ਨਾ ਹੀ ਕੋਈ ਜੇ ਲੈ ਕੇ ਨਹੀਂ ਆਇਆ ਤੇ ਫਿਰ ਲੈ ਕੇ ਵੀ ਸੰਸਾਰ ਵਿੱਚੋਂ ਮਹਾਰਾਜ ਕਹਿੰਦੇ ਕੋਈ ਜਾ ਨਹੀਂ ਸਕਦਾ। ਇਹਨਾਂ ਨੂੰ ਤੂੰ ਧਾਰਨ ਕੀਤਾ ਹੋਇਆ ਹੈ, ਪਕੜਿਆ ਹੋਇਆ ਹੈ ਬੜੇ ਜਿਹੜਾ ਪਕਿਆਈ ਦੇ ਨਾਲ, ਤੇ ਉਹਨਾਂ ਉੱਤੇ ਮੇਰ ਕਰਨੀ ਜਿਹੜੀ ਹੈ ਨਾ, ਇਹੀ ਤੇਰਾ ਪਕਿਆਈ ਨਾਲ ਪਕੜਨਾ ਹੈ ਕਿ ਇਹ ਘਰ ਮੇਰਾ, ਇਹ ਜਾਇਦਾਦ ਮੇਰੀ। ਇਹ ਜਿਹੜੀ ਤੇਰੇ ਅੰਦਰ ਮੇਰ ਹੈ, ਇਹੀ ਤੂੰ ਸੰਸਾਰ ਨੂੰ ਪਕੜਿਆ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ। ਰਾਵਣ ਹੂੰ ਤੇ ਅਧਿਕ ਛਤਰਪਤ, ਖਿਨ ਮਹਿ ਗਏ ਬਿਲਾਤ। ਇੱਕ ਖਿਨ ਦਾ ਹੀ ਸਮਾਂ ਲੱਗਿਆ ਸੀ ਜਦੋਂ ਨਾਸ਼ ਹੋ ਗਿਆ ਸੀ ਰਾਵਣ, ਤੇ ਮਹਾਰਾਜ ਕਹਿੰਦੇ ਜੇ ਉਹ ਸੋਨੇ ਦੀ ਲੰਕਾ ਨਹੀਂ ਲਿਜਾ ਸਕਿਆ ਤੇ ਫਿਰ ਤੂੰ ਕਿਹੜਿਆਂ ਪਦਾਰਥਾਂ ਨੂੰ ਜੱਫੇ ਮਾਰ ਰਿਹਾ, ਕਿਹੜੀਆਂ ਚੀਜ਼ਾਂ ਨੂੰ ਪਕੜ ਰਿਹਾ ਹੈ। ਜੇ ਪਕੜਨ ਵਾਲਾ ਹੈ ਤਾਂ ਉਹ ਸੱਚ ਦਾ ਜਿਹੜਾ ਨਾ ਵਿਚਾਰ, ਸੱਚੀ ਵਿਚਾਰ ਕਰਨੀ। ਸੱਚ ਦੀ ਵਿਚਾਰ ਕੀ ਹੈ? ਮੈਂ ਕੌਣ ਹਾਂ, ਮੈਂ ਦੇਹ ਹਾਂ, ਮੈਂ ਕਾਰਨ ਦੇਹ ਹਾਂ ਕਿ ਮੈਂ ਸੂਖਸ਼ਮ ਦੇਹ ਹਾਂ। ਇਹਨਾਂ ਵਿੱਚੋਂ ਆਪਣੇ ਸਾਖੀ ਚੇਤਨ ਨੂੰ ਪਹਿਚਾਨਣਾ ਕਿ ਜਿਹੜਾ ਤਿੰਨਾਂ ਦੇਹਾਂ ਦਾ ਪ੍ਰਕਾਸ਼ਿਤ ਹੈ, ਸਾਖੀ ਚੇਤਨ ਵਾਹਿਗੁਰੂ, ਮੈਂ ਉਹ ਹਾਂ। ਆਪਣੇ ਆਪੇ ਦੀ ਪਹਿਚਾਣ ਕਰਨੀ। ਜੋ ਆਪਣੇ ਆਪ ਦੀ ਪਹਿਚਾਣ ਸਾਡੇ ਨਾਲ ਕੌਣ ਕਰਾਉਂਦਾ ਹੈ? ਸਤਿਗੁਰੂ ਜੀ ਕਰਾਉਂਦੇ ਆ। ਮਹਾਰਾਜ ਸਾਨੂੰ ਨਾਮ ਦੀ ਸੋਝੀ ਦਿੰਦੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਆਪਣੇ ਆਪ ਦੀ ਸੋਝੀ ਦਿੰਦੇ ਐ। ਇਹ ਭੁੱਲ ਗਿਆ ਹੈ ਮਨ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ। ਸਰੂਪ ਦੇ ਗਿਆਨ ਤੋਂ ਭੁੱਲ ਕੇ ਮਿੱਥਿਆ ਪਦਾਰਥਾਂ ਨੂੰ ਗ੍ਰਹਿਣ ਕਰੀ ਬੈਠਾ ਹੈ। ਤੇ ਸਤਿਗੁਰੂ ਜੀ ਕਹਿੰਦੇ ਐ, ਹੇ ਗੁਰਸਿੱਖੋ, ਸੰਸਾਰ ਦੇ ਅੰਦਰ ਕੁਝ ਵੀ ਜੀਵ ਗ੍ਰਹਿਣ ਨਹੀਂ ਕਰ ਸਕਦਾ, ਕੁਝ ਵੀ ਪਕੜ ਨਹੀਂ ਸਕਦਾ। ਇਹ ਮਾਇਆ ਦੇ ਪ੍ਰਭਾਵ ਕਰਕੇ ਸੰਸਾਰ ਦੇ ਅੰਦਰ ਸਭ ਕੁਝ ਪ੍ਰਤੀਤ ਹੋ ਰਿਹਾ ਹੈ ਇਹ ਸਾਰਾ ਕੁਝ ਛਲ ਰੂਪ। ਜੀਵ ਭੁਲੇਖਾ ਖਾ ਰਿਹਾ ਕਿ ਮੇਰੇ ਨਾਲ ਸਭ ਕੁਝ ਇਹ ਨਿਭਣ ਵਾਲਾ ਹੈ, ਪਰ ਮਹਾਰਾਜ ਕਹਿੰਦੇ ਜਿਹੜਾ ਗੁਰੂ ਉਪਦੇਸ਼ ਨਾਲ ਸਮਝ ਲੈਂਦਾ ਨਾ, ਉਹ ਫਿਰ ਮਨ ਕਰਕੇ ਇਹਨਾਂ ਨੂੰ ਨਹੀਂ ਪਕੜਦਾ, ਇਹਨਾਂ ਵਿੱਚ ਆਪਣਾ ਪ੍ਰੇਮ ਨਹੀਂ ਲਾਉਂਦਾ, ਇਹਨਾਂ ਨੂੰ ਸੱਚੇ ਰਹਿਣ ਵਾਲੇ ਨਹੀਂ ਸਮਝਦਾ। ਸੱਚਾ ਰਹਿਣ ਵਾਲਾ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਪ੍ਰਾਪਤ ਜਦੋਂ ਕਰਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਜਿਸ ਨੂੰ ਅਗਿਆਨ ਕਾਲ ਵਿੱਚ ਸਮਝਦਾ ਸੀ ਹੈ ਨਹੀਂ, ਵਾਹਿਗੁਰੂ ਦੀ ਹਸਤੀ ਹੈ ਆਪਣੀ, ਤੇ ਉਸ ਦੀ ਹਸਤੀ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਹਰਕਤ ਵਿੱਚ ਆ ਰਿਹਾ ਹੈ। ਬਾਕੀ ਸਭ ਕੁਝ ਨਿਰਜੀਵ ਹੈ। ਇੱਕ ਵਾਹਿਗੁਰੂ ਜੀ ਦਾ ਹੀ ਸਭ ਦੇ ਅੰਦਰ ਜੀਵਨ ਜਿਹੜਾ ਹੈ ਨਾ, ਉਹ ਸਭ ਦਾ ਜੀਵਨ ਦਾਤਾ ਹੈ। ਉਹ ਜੀਵਨ ਦੀ ਲੋਹ ਹੈ, ਉਹ ਪ੍ਰਕਾਸ਼ ਹੈ। ਉਸ ਦਾ ਭੇਦ ਜਿਹੜਾ ਨਾ ਜੀਵਨ ਦੇ ਅੰਦਰ ਫਿਰ ਪਤਾ ਲੱਗਦਾ ਹੈ, ਤੇ ਸੱਚੇ ਆਪਣੇ ਪ੍ਰਕਾਸ਼ ਸਰੂਪ ਨੂੰ ਫਿਰ ਉਹ ਗ੍ਰਹਿਣ ਕਰ ਲੈਂਦਾ ਹੈ। ਇਹ ਸੱਚੇ ਦੀ ਵਿਚਾਰ ਹੈ ਕਿ ਸੰਸਾਰ ਦੇ ਅੰਦਰ ਜੋ ਕੁਝ ਵੀ ਦਿਸਦਾ ਹੈ ਮਾਇਆ ਦੇ ਪ੍ਰਭਾਵ ਕਰਕੇ, ਮਹਾਰਾਜ ਕਹਿੰਦੇ ਨੇ ਉਹ ਸਭ ਕੁਝ ਹੀ ਮਿੱਥਿਆ ਹੈ। ਇੱਕੋ ਇੱਕ ਰਾਮ ਦਾ ਨਾਮ ਹੀ ਜਿਹੜਾ ਹੈ ਉਹ ਤ੍ਰਈ ਕਾਲ ਆਬਾਦ ਸਤ ਹੈ। ਇਸ ਕਰਕੇ ਇਹ ਗੁਰਸਿੱਖੋ,
ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਧਾਰਨ ਕਰੋ। ਮਨ ਰੇ ਸਾਚਾ ਗਹੋ ਵਿਚਾਰਾ। ਹੇ ਮੇਰੇ ਮਨਾ, ਜਿੰਨਾ ਚਿਰ ਤੇਰੇ ਸਵਾਸ ਚੱਲਦੇ ਐ ਤੂੰ ਵਿਚਾਰ ਕਰਿਆ ਕਰ। ਜਦੋਂ ਵਿਚਾਰ ਇੱਕ ਤੱਕੜੀ ਹੈ, ਜਦੋਂ ਤੋਲੀ ਦਾ ਹੈ, ਇੱਕ ਪਾਸੇ ਤੂੰ ਪਰਮੇਸ਼ਰ ਦੇ ਨਾਮ ਨੂੰ ਰੱਖ ਲੈ ਕਿ ਨਾਮ ਦੇ ਕੀ ਲਾਭ ਹਨ, ਇੱਕ ਪਾਸੇ ਸੰਸਾਰ ਦੇ ਸਾਰੇ ਸੁੱਖ ਰੱਖ ਲੈ, ਪਦਾਰਥ ਰੱਖ ਲੈ, ਦੇਹ ਸਮੇਤ ਜੋ ਕੁਝ ਤੈਨੂੰ ਪ੍ਰਾਪਤ ਵੈ ਉਹ ਰੱਖ ਲੈ। ਤੇ ਫਿਰ ਵੇਖ, ਭਾਵੇਂ ਕਿ ਅਗਿਆਨ ਕਾਲ ਵਿੱਚ ਹੋਣੇ ਕਰਕੇ ਮਨ ਨੂੰ ਨਾਮ ਦੀ ਸ਼ਕਤੀ ਨਹੀਂ ਭਾਸ ਰਹੀ, ਵਾਹਿਗੁਰੂ ਜੀ ਦਾ ਸਪਰਸ਼ ਨਹੀਂ ਪ੍ਰਾਪਤ ਹੋ ਰਿਹਾ, ਪਰ ਫਿਰ ਵੀ ਤੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਇਸ ਵਿਚਾਰ ਨੂੰ ਆਪਣੇ ਅੰਦਰ ਕਰਕੇ ਤਾਂ ਵੇਖ, ਫਿਰ ਤੈਨੂੰ ਨਿਰਣਾ ਮਿਲੇਗਾ। ਫਿਰ ਤੂੰ ਕਿਸੇ ਨਾ ਕਿਸੇ ਉੱਤਰ ਨੂੰ ਪ੍ਰਾਪਤ ਕਰੇਂਗਾ। ਤੇ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਤੈਨੂੰ ਨਿਰਣਾ ਪ੍ਰਾਪਤ ਹੋਇਆ, ਕਿਸੇ ਨਿਰਣੇ ਤੇ ਪਹੁੰਚ ਗਿਆ, ਕੋਈ ਸਿੱਟਾ ਕੱਢ ਲਿਆ, ਉਹ ਸਿੱਟਾ ਤੈਨੂੰ ਇਹ ਪ੍ਰਾਪਤ ਹੋਵੇਗਾ ਕਿ ਸੱਚੇ ਨਾਮ ਤੋਂ ਬਿਨਾਂ ਸਭ ਕੁਝ ਨਾਸ਼ਵੰਤ ਹੈ। ਤੇ ਫਿਰ ਤੂੰ ਅਸਤ ਚੀਜ਼ਾਂ ਨੂੰ ਕਿਉਂ ਗ੍ਰਹਿਣ ਕਰਦਾ ਹੈ? ਮਹਾਰਾਜ ਕਹਿੰਦੇ ਨੇ, ਮਨ ਰੇ ਸਾਚਾ ਗਹੋ ਵਿਚਾਰਾ। ਤੂੰ ਸੱਚੇ ਨਾਮ ਦੀ ਵਿਚਾਰ ਨੂੰ ਗਹੋ ਗ੍ਰਹਿਣ ਕਰ ਲੈ, ਧਾਰਨ ਕਰ ਲੈ, ਵਿਚਾਰ ਕਰਿਆ ਕਰ ਸੱਚੇ ਨਾਮ ਦੀ ਕਿ ਇੱਕੋ ਇੱਕ ਵਾਹਿਗੁਰੂ ਜੀ ਦਾ ਸਰੂਪ ਹੀ ਸੱਤ ਹੈ, ਬਾਕੀ ਸਭ ਕੁਝ ਨਾਸ਼ਵੰਤ ਹੈ। ਤੇ ਰਾਮ ਨਾਮ ਬਨ ਮਹਾਰਾਜ ਕਹਿੰਦੇ ਹਨ, ਰਾਮ ਨਾਮ ਬਿਨ ਮਿਥਿਆ ਮਾਨੋ। ਰਮੇ ਹੋਏ ਰਾਮ ਦੇ ਨਾਮ ਤੋਂ ਬਿਨਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਸਭ ਕੁਝ ਮਿਥਿਆ ਹੈ, ਦਿਸਣ ਮਾਤਰ ਦਿਸ ਰਿਹਾ ਹੈ, ਕੁਝ ਵੀ ਸਤ ਨਹੀਂ ਹੈ। ਸਗਰੋ ਇਹੋ ਸੰਸਾਰਾ। ਮਹਾਰਾਜ ਸੰਸਾਰ 'ਚ ਕੁਝ ਤਾਂ ਹੋਊਗਾ, ਜਿਹੜਾ ਸਤ ਰਹਿਣ ਵਾਲਾ ਮਹਾਰਾਜ ਕਹਿੰਦੇ ਕੁਝ ਵੀ ਨਹੀਂ। ਸਾਰਾ ਹੀ ਸੰਸਾਰ ਨਾਸ਼ਵੰਤ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਸ ਜਗਤ ਦੇ ਅੰਦਰ ਨਾਮ ਰਹਿਓ, ਸਾਧੂ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਉਹ ਸੰਸਾਰ 'ਚ ਰਹਿਣਗੇ, ਬਾਕੀ ਸਭ ਸੰਸਾਰ ਖਤਮ ਹੋ ਜਾਣ ਵਾਲਾ ਹੈ, ਨਾਸ਼ ਹੋ ਜਾਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਾਮ ਦਾ ਨਾਮ ਹੀ ਇੱਕ ਸੱਚਾ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਆਪ ਵਾਹਿਗੁਰੂ ਜੋ ਹਸਤੀ ਦੇ ਸਹਿਤ ਹੈ, ਪਰਮੇਸ਼ਰ ਉਹ ਸਦਾ ਰਹਿਣ ਵਾਲਾ ਹੈ, ਬਾਕੀ ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ। ਇਹੀ ਸੱਚ ਦੀ ਵਿਚਾਰ ਹੈ। ਸੱਚਾ ਵਿਚਾਰ ਕਿਹੜਾ ਹੈ? ਇਹੀ ਵਿਚਾਰ ਸੱਚਾ ਏ ਕਿ ਸੰਸਾਰ ਨੂੰ ਮਿਥਿਆ ਵੇਖ ਲੈ। ਹੇ ਮਨਾ, ਜਿਸ ਨੂੰ ਤੂੰ ਸੱਚਾ ਮੰਨਿਆ ਉਸ ਨੂੰ ਜਾਣ ਲੈ ਗੁਰੂ ਜੀ ਦੇ ਉਪਦੇਸ਼ ਦੁਆਰਾ ਕਿ ਝੂਠ ਹੈ, ਜੋ ਸੱਚ ਹੈ ਸਰੂਪ ਪਰਮੇਸ਼ਰ ਸਦਾ ਰਹਿਣ ਵਾਲਾ ਹੈ। ਉਸ ਨੂੰ ਆਪਣੇ ਅੰਦਰ ਧਾਰਨ ਕਰ ਲੈ, ਉਹਦਾ ਚਿੰਤਨ ਕਰਿਆ ਕਰ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਾਕੋ ਜੋਗੀ ਖੋਜਤ ਹਾਰੇ। ਸਤਿਗੁਰੂ ਜੀ ਫਰਮਾਉਂਦੇ ਆ, ਗੁਰਸਿੱਖੋ, ਜਿਸ ਵਾਹਿਗੁਰੂ ਨੂੰ, ਜਿਸ ਆਪਣੇ ਆਤਮਕ ਸਵਰੂਪ ਨੂੰ ਜਿਹੜਾ ਪ੍ਰਾਪਤ ਕਰਨ ਲਈ ਜੋਗੀ ਖੋਜਦੇ ਹੋਏ ਹਾਰ ਜਾਂਦੇ ਆ, ਬੜੀਆਂ ਮਿਹਨਤਾਂ ਕਰਦੇ ਆ ਤੇ ਪ੍ਰਾਣਾਯਾਮ ਕਰਦੇ ਆ, ਯੋਗ ਸਾਧਨਾ ਕਰਦੇ ਆ। ਜਾਗੋ ਜੋਗੀ ਖੋਜਤ ਹਾਰੇ। ਖੋਜਦੇ ਲੱਭਦੇ ਹਾਰ ਜਾਂਦੇ ਆ। ਦੇਹ ਦੇ ਰਸਾਂ ਤੋਂ ਛੁੱਟਣਾ ਸੌਖਾ ਨਹੀਂ ਹੈ। ਫਿਰ ਉਹ ਜਿਹੜੇ ਆਪਣੇ 6 ਚੱਕਰਾਂ ਨੂੰ ਵਿੰਨ੍ਹਦੇ ਆ ਜੋਗੀ, ਉਲਟਤ ਚੱਕਰ, ਉਲਟਤ ਪਵਨ ਚੱਕਰ ਖੱਟ ਭੇਦੇ, ਉਲਟਾ ਲੈਂਦੇ ਆਪਣੇ ਪਵਨ ਨੂੰ। ਜਦੋਂ ਇਸ ਪ੍ਰਕਾਰ ਇਹ ਸਵਾਸਾਂ ਦੇ ਜਿਹੜੇ ਪ੍ਰਾਣ ਵਾਯੂ ਹੈ, ਇਹਨੂੰ ਉਲਟਾ ਕਰਕੇ ਜਦੋਂ ਇਸ ਪ੍ਰਕਾਰ ਅਪਾਨ ਵਾਯੂ ਨਾਲ ਮਿਲਾਉਂਦੇ ਹਨ, ਤੇ ਇਸ ਪ੍ਰਕਾਰ ਇਹ ਜਦੋਂ ਉਲਟਾਉਂਦੇ ਆ, ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਨ ਅਨੁਰਾਗੀ। ਇਹ 6 ਚੱਕਰਾਂ ਨੂੰ ਵਿੰਨ ਜਾਂਦੀ ਉਸ ਸਮੇਂ ਬਿਰਤੀ, ਪਰ ਤਾਂ ਵੀ ਵਾਹਿਗੁਰੂ ਦਾ ਪਾਰਾਵਾਰ ਅੰਤ ਜੋਗੀਆਂ ਕੋਲ 6 ਚੱਕਰ ਵਿੰਨ ਕੇ ਵੀ ਨਹੀਂ ਪਾਇਆ ਜਾਂਦਾ। ਜਿਹੜਾ ਪਹਿਲਾ ਚੱਕਰ ਜੋਗੀਆਂ ਦਾ
ਇਹ ਮੂਲਾਧਾਰ ਚੱਕਰ ਹੁੰਦਾ ਹੈ। ਤੇ ਇਸ ਪ੍ਰਕਾਰ ਇਹ ਗੁਦਾ ਵਿੱਚ ਚੱਕਰ ਜਿਹੜਾ ਹੈ ਨਾ, ਮੂਲਾਧਾਰ ਚੱਕਰ, ਇਹ ਗੁਦਾ ਵਿੱਚ ਮੰਨਦੇ ਹੈ ਤੇ ਇਹਦਾ ਪੀਲਾ ਰੰਗ ਹੁੰਦਾ ਹੈ ਤੇ 10 ਇਸ ਦੇ ਪੱਤਰੇ ਹੁੰਦੇ ਹੈ। ਤੇ ਮੂਲਾਧਾਰ ਚੱਕਰ ਦੇ ਅੰਦਰ ਗਣੇਸ਼ ਜੀ ਦਾ ਵਾਸ ਜਿਹੜਾ ਉਹ ਮੰਨਿਆ ਜਾਂਦਾ ਹੈ। ਫਿਰ ਦੂਸਰੇ ਨੰਬਰ ਤੇ ਜਿਹੜਾ ਹੈ ਉਹ ਸੁਦਸ਼ਠਾਨ ਚੱਕਰ ਮੰਨਿਆ ਜਾਂਦਾ ਹੈ। ਇਹਦੇ ਅੰਦਰ ਬ੍ਰਹਮਾ ਜੀ ਦਾ ਵਾਸ ਹੁੰਦਾ ਹੈ। ਇਹ ਚੱਕਰ ਇੰਦਰੀ ਵਿੱਚ ਜਿਹੜਾ ਹੈ ਮੰਨਿਆ ਜਾਂਦਾ ਹੈ। ਲਾਲ ਰੰਗ ਹੁੰਦਾ ਹੈ ਤੇ 6 ਇਸ ਦੇ ਪੱਤਰੇ ਹੁੰਦੇ ਆ। ਇਹ ਚੱਕਰ ਜਿਹੜੇ ਹੈ ਇਹ ਮੂਲ ਦੁਆਰਿਆਂ ਵਿੱਚ ਮੰਨੇ ਗਏ ਆ। ਜਿਹੜਾ ਹੈ ਇਹਦੇ ਵਿੱਚ ਜਿਹੜਾ ਮੂਲਾਧਾਰ ਚੱਕਰ ਹੈ ਇੱਥੇ ਗਣੇਸ਼ ਦਾ ਵਾਸ ਮੰਨਿਆ ਜਾਂਦਾ ਹੈ। ਤੇ ਜਿਹੜਾ ਇਸ ਪ੍ਰਕਾਰ ਇੰਦਰੀ ਵਿੱਚ ਚੱਕਰ ਹੈ ਦੂਸਰਾ ਸਵਦਸ਼ਠਾਨ ਚੱਕਰ, ਇਹਦੇ ਵਿੱਚ ਬ੍ਰਹਮਾ ਜੀ ਦਾ ਵਾਸ ਮੰਨਿਆ ਜਾਂਦਾ ਹੈ। ਇਹ ਲਾਲ ਰੰਗ ਹੁੰਦਾ ਇਸ ਚੱਕਰ ਦਾ ਤੇ 6 ਇਸ ਦੇ ਪੱਤਰੇ ਹੁੰਦੇ ਆ। ਤੀਸਰਾ ਜਿਹੜਾ ਹੈ ਇਹ ਮਣੀਪੂਰਕ ਚੱਕਰ ਹੁੰਦਾ ਹੈ। ਇਹ ਨਾਭੀ ਵਿੱਚ ਮੰਨਿਆ ਜਾਂਦਾ ਹੈ ਤੇ ਇਹਦਾ ਨੀਲਾ ਰੰਗ ਹੁੰਦਾ ਹੈ। 10 ਇਸ ਦੇ ਪੱਤਰੇ ਹੁੰਦੇ ਹੈ ਤੇ ਇੱਥੇ ਵਿਸ਼ਨੂੰ ਜੀ ਦਾ ਵਾਸ ਮੰਨਿਆ ਜਾਂਦਾ ਹੈ, ਜਿਹੜਾ ਮਣੀਪੂਰਕ ਚੱਕਰ ਹੈ। ਤੇ ਫਿਰ ਚੌਥੇ ਨੰਬਰ ਤੇ ਅਨਾਹਦ ਚੱਕਰ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ। ਇਹਦਾ ਹਿਰਦੇ ਵਿੱਚ ਵਾਸ ਹੁੰਦਾ ਹੈ ਅਨਾਹਦ ਚੱਕਰ ਦਾ। 12 ਇਸ ਦੇ ਪੱਤਰੇ ਹੁੰਦੇ ਹੈ। ਸੋਨੇ ਵਰਗਾ ਰੰਗ ਹੁੰਦਾ ਇਸ ਚੱਕਰ ਦਾ ਤੇ ਇੱਥੇ ਸ਼ਿਵਾਂ ਦਾ ਵਾਸ ਮੰਨਿਆ ਜਾਂਦਾ ਹੈ। ਪੰਜਵਾਂ ਚੱਕਰ ਜਿਹੜਾ ਹੈ ਉਹ ਵਿਸੁੱਧ ਚੱਕਰ ਮੰਨਿਆ ਜਾਂਦਾ ਹੈ ਤੇ ਇਹ ਕੰਠ ਵਿੱਚ ਮੰਨਿਆ ਜਾਂਦਾ ਹੈ ਵਿਸੁੱਧ ਚੱਕਰ ਜੋ ਹੈ। ਤੇ ਇਹਦੇ 16 ਪੱਤਰੇ ਹੁੰਦੇ ਹੈ। ਲਾਲ ਰੰਗ ਹੁੰਦਾ ਇਸ ਦਾ ਤੇ ਇੱਥੇ ਜੀਵ ਦਾ ਵਾਸ ਹੁੰਦਾ ਹੈ ਕੰਠ ਦੇ ਅੰਦਰ। ਤੇ ਛੇਵਾਂ ਚੱਕਰ ਜਿਹੜਾ ਹੈ ਆਗਿਆ ਚੱਕਰ ਹੈ। ਇਹ ਭਰਵੱਟਿਆਂ ਦੀ ਸੰਧ ਵਿੱਚ ਹੁੰਦਾ, ਜਿੱਥੇ ਤ੍ਰਿਕੁਟੀ ਦੇ ਵਿੱਚ ਜੋਗੀ ਜਿਹੜਾ ਧਿਆਨ ਟਿਕਾਉਂਦੇ ਹੈ। ਇਹ ਆਗਿਆ ਚੱਕਰ ਹੈ, ਭਰਵੱਟਿਆਂ ਦੇ ਵਿੱਚ ਮੰਨਿਆ ਜਾਂਦਾ ਹੈ। 2 ਇਸ ਦੇ ਪੱਤਰੇ ਹੁੰਦੇ ਹੈ। ਚਿੱਟਾ ਰੰਗ ਹੁੰਦਾ ਇਸ ਦਾ ਤੇ ਇੱਥੇ ਗੁਰਾਂ ਦਾ ਵਾਸ ਹੁੰਦਾ ਹੈ। ਇਹ 6 ਚੱਕਰ ਵੈ। 7ਵਾਂ ਚੱਕਰ ਜੋਗੀ 10ਵੇਂ ਦੁਆਰ ਦੇ ਅੰਦਰ ਵੀ ਮੰਨਦੇ ਹੈ, ਪਰ ਇਹ ਮੁੱਖ 6 ਚੱਕਰ ਹਨ। ਤੇ ਜਦੋਂ ਪਵਨ ਨੂੰ ਸਵਾਸਾਂ ਨੂੰ ਉਲਟਾਉਂਦੇ ਹੈ, ਜਿਹੜੀ ਹੈ ਪ੍ਰਾਣ ਵਾਯੂ ਰੋਕ ਲੈਂਦੇ ਹਨ ਤੇ ਅਪਾਨ ਵਾਯੂ ਵੀ ਰੋਕ ਲੈਂਦੇ ਹੈ ਏੜੀ ਲਾ ਕਰਕੇ ਆਪਣੀ। ਜਦੋਂ ਮੂਲ ਦੁਆਰਿਆਂ ਦੇ ਸੰਧ ਵਿੱਚ ਅੱਡੀ ਲਾ ਕੇ ਤੇ ਅਪਾਨ ਵਾਯੂ ਨੂੰ ਰੋਕ ਲੈਂਦੇ ਹੈ, ਇੱਧਰੋਂ ਫਿਰ ਪ੍ਰਾਣ ਵਾਯੂ ਨੂੰ ਰੋਕ ਲੈਂਦੇ ਹੈ। ਜਦੋਂ ਪ੍ਰਾਣ ਵਾਯੂ ਤੇ ਅਪਾਨ ਵਾਯੂ ਰੁਕ ਜਾਂਦੀ ਹੈ, ਫਿਰ ਇਹ ਜਿਹੜੀ ਹੈ ਭੁਜੰਗਮਾ ਨਾੜੀ, ਉਹਦੇ ਅੰਦਰ ਇਹ ਜਿਹੜੀ ਆ ਹਵਾ ਛੱਡਦੇ ਆ। ਤੇ ਜਿਵੇਂ ਟਿਊਬ ਹੁੰਦੀ ਆ ਕੋਈ, ਤੇ ਉਹ ਕਿੰਨੇ ਉਹਦੇ ਵਿੱਚ ਵਲ ਪਏ ਹੋਣ, ਪਰ ਜਦੋਂ ਹਵਾ ਭਰੀ ਜਾਂਦੀ ਉਹਦੇ ਸਾਰੇ ਵਲ ਨਿਕਲ ਜਾਂਦੇ ਆ ਤੇ ਉਹ ਸਿੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਭੁਜੰਗਮਾ ਨਾੜੀ ਦੇ ਅੰਦਰ ਜਿਹੜੇ ਹਨ ਪ੍ਰਾਣ ਤੇ ਅਪਾਨ ਵਾਯੂ ਨੂੰ ਛੱਡ ਕਰਕੇ ਉਹਨੂੰ ਸਿੱਧਿਆਂ ਕਰ ਦਿੰਦੇ ਆ। ਤੇ ਇਸ ਤਰ੍ਹਾਂ ਪਵਨ ਨੂੰ ਸਵਾਸਾਂ ਨੂੰ ਉਲਟਾ ਕਰਕੇ ਉਲਟਤ ਪਵਨ ਚੱਕਰ ਖੱਟ ਭੇਦੇ 6 ਚੱਕਰਾਂ ਨੂੰ ਜਿਹੜੀ ਹੈ ਜੋਗੀਆਂ ਦੀ ਬਿਰਤੀ ਵਿੰਨ ਜਾਂਦੀ ਹੈ। ਜਦੋਂ 10ਵੇਂ ਦੁਆਰ ਦੇ ਵਿੱਚ ਪਹੁੰਚਦੇ ਹੈ, ਉੱਥੇ ਫਿਰ 10ਵੇਂ ਦੁਆਰ ਦੇ ਅੰਦਰ ਚਮੁਖੀਏ ਦੀਵੇ ਦੀ ਲਾਟ ਨੂੰ ਵੇਖ ਕਰਕੇ ਮੋਹਿਤ ਹੁੰਦੇ ਹੈ। ਜਿਹੜੇ ਇਸ ਸੰਸਾਰ ਦੇ ਸੁੱਖਾਂ ਨੂੰ ਤਿਆਗ ਕਰਕੇ ਤੇ ਐਡੀ ਮਿਹਨਤ ਕਰਦੇ ਹੈ, ਫਿਰ ਵੀ ਜਾ ਕੇ ਦਿਵ ਭੋਗਾਂ 'ਚ ਮਨ ਅੜ ਜਾਂਦਾ ਹੈ, ਰਿੱਧੀਆਂ ਸਿੱਧੀਆਂ 'ਚ ਮਨ ਅੜ ਜਾਂਦਾ ਹੈ। ਐਡੀ ਵੱਡੀ ਅਵਸਥਾ ਪਾ ਕੇ ਵੀ 6 ਚੱਕਰਾਂ ਨੂੰ ਵਿੰਨ ਕੇ ਵੀ ਮਹਾਰਾਜ ਕਹਿੰਦੇ ਭਾਈ ਜੋਗੀ ਵੀ ਖੋਜਦੇ ਲੱਭਦੇ ਹਾਰ ਗਏ ਐ। ਉਸ ਵਾਹਿਗੁਰੂ ਦੇ ਸੱਚ ਸਰੂਪ ਨੂੰ ਪ੍ਰਾਪਤ ਕਰਨਾ ਮਨ ਦੀ ਪ੍ਰੀਤ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪ੍ਰਾਪਤ ਹੁੰਦਾ ਹੈ। ਜਾ ਕੋ ਜੋਗੀ ਖੋਜਤ ਹਾਰੇ, ਜਿਸ ਵਾਹਿਗੁਰੂ ਨੂੰ ਜੋਗੀ ਖੋਜਦੇ ਹੋਏ ਲੱਭਦੇ ਹੋਏ ਇਸ ਹਠ ਯੋਗ ਦੁਆਰਾ
ਹਾਰ ਗਏ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੂੰ ਲੱਭਦੇ ਹੋਏ। ਪਾਇਓ ਨਾਹਿ ਤਿਹ ਪਾਰਾ। ਤਿਸ ਵਾਹਿਗੁਰੂ ਦਾ ਪਾਰਾਵਾਰ ਅੰਤ ਉਹ ਵੀ ਨਹੀਂ ਪਾ ਸਕੇ। ਜਦੋਂ ਉਸ ਆਨੰਦ ਨੂੰ ਦਸਮ ਦਵਾਰ ਦੇ ਵਿੱਚ ਪਹੁੰਚ ਕੇ ਪ੍ਰਾਪਤ ਕਰਦੇ ਹਨ ਤੇ ਜੋਗੀ ਦਾ ਮਨ ਫਿਰ ਖੀਵਾ ਹੋ ਜਾਂਦਾ ਹੈ ਤੇ ਉਹ ਮਿੱਠੀ ਕਫ ਦੇ ਹੀ ਰਸ ਨੂੰ ਪ੍ਰਾਪਤ ਕਰਦੇ ਹੋਏ ਜੋਗੀ ਆਨੰਦਿਤ ਹੋ ਜਾਂਦੇ ਹੈ। ਧਿਆਨ ਵਿੱਚ ਟਿਕ ਕੇ ਵੀ ਵਾਹਿਗੁਰੂ ਦਾ ਕੋਈ ਪਾਰਾਵਾਰ ਅੰਤ ਜਿਹੜਾ ਨਾ ਉਹ ਨਹੀਂ ਪਾਇਆ ਜਾਂਦਾ। ਬੜੇ ਬੜੇ ਧਿਆਨੀਆਂ ਨੇ ਧਿਆਨ ਲਾਏ ਹੈ, ਜੋਗੀ ਪੁਰਖਾਂ ਨੇ, ਗਿਆਨਵਾਨਾਂ ਨੇ ਗਿਆਨ ਨਾਲ ਬੜੀ ਕਮਾਈ ਕੀਤੀ ਹੈ, ਪਰ ਉਹਦਾ ਕੋਈ ਪਾਰਾਵਾਰ ਅੰਤ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਹੀਂ ਪਾਇਆ ਜਾ ਸਕਦਾ। ਪਾਇਓ ਨਾਹੇ ਤਿਹ ਪਾਰਾ। ਤਿਸ ਪਰਮੇਸ਼ਰ ਦਾ ਪਾਰਾਵਾਰ ਕੋਈ ਅੰਤ ਨਹੀਂ ਕਿਸੇ ਕੋਲੋਂ ਪਾਇਆ ਜਾਂਦਾ। ਉਸ ਸੱਚੇ ਨਾਮ ਦੀ ਵਿਚਾਰ ਨੂੰ ਤੂੰ ਵੀ ਗ੍ਰਹਿਣ ਕਰ ਲੈ। ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰਾ ਸੱਚ ਦੀ ਵਿਚਾਰ ਕਰਿਆ ਕਰ। ਉਸ ਵਾਹਿਗੁਰੂ ਨੂੰ ਖੋਜ ਲੈ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਚਿੰਤਨ ਕਰ ਲੈ ਤੇ ਗੁਰੂ ਜੀ ਦੇ ਤੈਨੂੰ ਇਹ ਪ੍ਰਾਪਤੀ ਹੋ ਸਕੇਗੀ। ਜਿਸ ਪਰਮੇਸ਼ਰ ਨੂੰ ਖੋਜਦੇ ਹੋਏ ਜੋਗੀ ਪੁਰਖ ਹਾਰ ਗਏ, ਪਾਰਾਵਾਰ ਨਹੀਂ ਅੰਤ ਨਹੀਂ ਪਾ ਸਕੇ ਹਨ। ਸੋ ਸੁਆਮੀ ਤੁਮ ਨਿਕਟ ਪਛਾਨੋ। ਉਹ ਸੁਆਮੀ ਮਾਲਕ ਵਾਹਿਗੁਰੂ ਗੁਰੂ ਜੀ ਦੇ ਸ਼ਬਦ ਦੁਆਰਾ ਮਹਾਰਾਜ ਕਹਿੰਦੇ ਤੁਮ ਨਿਕਟ ਪਛਾਨੋ। ਉਹ ਤਾਂ ਤੇਰੇ ਨੇੜੇ ਆ ਭਾਈ ਸਿੱਖਾ। ਮਹਾਰਾਜ ਫਿਰ ਕਹਿੰਦੇ ਨੇ ਆਪਣੇ ਮਨ ਨੂੰ ਪ੍ਰਬੋਧ, ਹੇ ਮਨਾ ਉਹ ਵਾਹਿਗੁਰੂ ਤੇਰੇ ਕੋਲ ਹੈ। ਗੁਰੂ ਸਾਹਿਬ ਕਹਿੰਦੇ ਆ ਜਿਸ ਦਾ ਪਾਰਾਵਾਰ ਜੋਗੀਆਂ ਕੋਲੋਂ ਨਹੀਂ ਪਾਇਆ ਗਿਆ। ਸਤਿਗੁਰੂ ਜੀ ਦਾ ਉਪਦੇਸ਼ ਕਹਿੰਦਾ ਹੈ ਕਿ ਉਹ ਤਾਂ ਤੇਰੇ ਕੋਲ ਹੈ ਹਰ ਵੇਲੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਰੂਪ ਰੇਖ ਤੇ ਨਿਆਰਾ। ਉਹ ਕਿਸੇ ਰੂਪ ਆਕਾਰ ਤੋਂ, ਕਿਸੇ ਮੱਛ ਕੱਛ ਰੇਖਾ ਤੋਂ ਨਿਆਰਾ ਹੈ, ਭਾਵ ਅਸੰਗ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਉਹਨੂੰ ਕਿਸੇ ਸਰੂਪ ਨਾਲ ਕਲਪਤ ਨਹੀਂ ਕੀਤਾ ਜਾ ਸਕਦਾ। ਕੋਈ ਕਿਸੇ ਪ੍ਰਕਾਰ ਉਹਦਾ ਚਿੰਨ੍ਹ ਨਹੀਂ ਦੱਸਿਆ ਜਾ ਸਕਦਾ ਕਿ ਉਸ ਦਾ ਇਹੋ ਜਿਹਾ ਚਿੰਨ੍ਹ ਹੈ, ਇਹੋ ਜਿਹੇ ਸਰੂਪ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਸੁੰਦਰ ਸਰੂਪਾਂ ਵਿੱਚੋਂ ਵੀ ਮਹਾਰਾਜ ਅਤ ਸੁੰਦਰ ਹੋ। ਅਤ ਸੁੰਦਰ ਮਨ ਮੋਹਨਾ। ਮਹਾਰਾਜ ਮਨ ਨੂੰ ਮੋਹ ਲੈਣ ਵਾਲੇ ਹੋ, ਚੁਰਾ ਲੈਣ ਵਾਲੇ ਹੋ। ਵਾਹਿਗੁਰੂ ਦੇ ਸਰੂਪ ਨੂੰ ਮਹਾਰਾਜ ਕਹਿੰਦੇ ਕਿਸੇ ਆਕਾਰ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੇ ਕਹੀਏ ਤਾਂ ਸਾਰੇ ਆਕਾਰ ਉਹਦੇ ਹੀ ਹੈ। ਸਾਰੇ ਆਕਾਰ ਸਭ ਦੇਹਾਂ ਓਨੀ ਧਾਰਨ ਕੀਤੀਆਂ ਹੋਈਆਂ ਹਨ। ਤੇ ਮਹਾਰਾਜ ਕਹਿੰਦੇ ਜਿੰਨੇ ਵੀ ਕੋਈ ਚਿੰਨ੍ਹ ਹੈ, ਨਿਸ਼ਾਨੀਆਂ ਹਨ, ਇਹ ਜਾਣੋ ਕਿ ਉਹ ਪਰਮੇਸ਼ਰ ਦੀ ਹੀ ਪ੍ਰਾਪਤੀ ਦੇ ਚਿੰਨ੍ਹ ਹੈ। ਤੇ ਜਾਣੋ ਜੇ ਮਹਾਰਾਜ ਕਹਿੰਦੇ ਭਾਈ ਉਹਦਾ ਕੋਈ ਚਿੰਨ੍ਹ ਕਹੀਏ ਤਾਂ ਉਹਦਾ ਕੋਈ ਚਿੰਨ੍ਹ ਚੱਕਰ ਕਿਹਾ ਨਹੀਂ ਜਾ ਸਕਦਾ, ਕੋਈ ਮੱਛ ਕੱਛ ਰੇਖਾ ਦੱਸੀ ਨਹੀਂ ਜਾ ਸਕਦੀ। ਇਉਂ ਮਹਾਰਾਜ ਕਹਿੰਦੇ ਭਾਈ ਆਕਾਰਾਂ ਦੇ ਸਰੂਪ ਤੋਂ ਉਹ ਨਿਆਰਾ ਹੈ, ਅਸੰਗ ਹੈ, ਵੱਖਰਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ। ਪਵਿੱਤਰ ਹੈ ਨਾਮ ਮੇਰੇ ਵਾਹਿਗੁਰੂ ਦਾ ਇਸ ਜਗਤ ਦੇ ਅੰਦਰ। ਜੋ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਹੈ ਵਾਹਿਗੁਰੂ, ਉਹਦਾ ਨਾਮ ਹੀ ਮਹਾਰਾਜ ਕਹਿੰਦੇ ਪਵਿੱਤਰ ਹੈ। ਸੰਸਾਰ ਦੇ ਅੰਦਰ, ਇਸ ਜਗਤ ਦੇ ਅੰਦਰ ਜੋ ਕਈ ਪ੍ਰਕਾਰ ਦੀਆਂ ਜੀਵ ਨੂੰ ਮੈਲਾਂ ਲੱਗਦੀਆਂ ਨੇ, ਇਹ ਸਭ ਮੈਲਾਂ ਨੂੰ ਧੋ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ। ਜੇ ਕੋਈ ਪਵਿੱਤਰ ਹੈ ਸੰਸਾਰ ਦੇ ਅੰਦਰ ਤੇ ਉਹ ਕੇਵਲ ਨਾਮ ਹੈ। ਹੋਰ ਮਹਾਰਾਜ ਕਹਿੰਦੇ ਭਾਈ ਨਾਮ ਦੇ ਬਰਾਬਰ ਕੋਈ ਚੀਜ਼ ਪਵਿੱਤਰ ਨਹੀਂ ਹੈ। ਕਬਹੂ ਨਾਹਿ ਸੰਭਾਰਾ। ਤੇ ਆਪਣੇ ਮਨ ਨੂੰ ਜਿਹੜਾ ਹੈ ਪ੍ਰਬੋਧ ਲੈ। ਪੁੱਛ ਮਨ ਨੂੰ ਕਿ ਤੂੰ ਕਦੇ ਐਸੇ ਨਾਮ ਨੂੰ ਚੇਤੇ ਕੀਤਾ ਹੈ? ਜੇ ਨਹੀਂ ਕੀਤਾ ਤੇ ਫਿਰ ਮਹਾਰਾਜ ਦੇ ਅੱਗੇ ਅਰਦਾਸ ਕਰ। ਮਹਾਰਾਜ ਐਸਾ ਆਪ ਦਾ ਨਾਮ ਸੰਸਾਰ ਦੇ ਅੰਦਰ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ, ਐਸਾ ਮਹਾਰਾਜ ਆਪ ਦਾ ਪਵਿੱਤਰ ਨਾਮ ਕਬਹੂ ਨਾਹਿ ਸੰਭਾਰਾ। ਮੈਂ ਕਦੇ ਮਹਾਰਾਜ ਸੰਭਾਲਿਆ ਨਹੀਂ ਮਨ ਕਰਕੇ, ਕਦੇ ਚਿੰਤਨ ਨਹੀਂ ਕੀਤਾ ਐਸੇ ਪਵਿੱਤਰ ਨਾਮ ਦਾ, ਕਦੇ ਨਿਸ਼ਚਾ ਨਹੀਂ ਕੀਤਾ ਕਿ ਨਾਮ ਵਿੱਚ ਐਡੀ ਸ਼ਕਤੀ ਹੈ, ਨਾਮ ਵਿੱਚ ਐਡੀ ਤਾਕਤ ਹੈ। ਕਹਿਣ ਸੁਣਨ ਨੂੰ ਤਾਂ ਬੜੀਆਂ ਗੱਲਾਂ ਮੈਂ ਕਹਿਣਾ ਵੀ ਹਾਂ, ਸੁਣਦਾ ਵੀ ਹਾਂ, ਪਰ ਮੇਰਾ ਨਿਸ਼ਚਾ ਨਾਮ ਦੇ ਉੱਤੇ ਹੈ ਨਹੀਂ। ਜੇ ਹੁੰਦਾ ਤਾਂ ਮਹਾਰਾਜ ਮੈਂ ਸੰਭਾਲ ਲੈਂਦਾ ਨਾ ਮਨ ਕਰਕੇ।
ਨਾਮ ਨੂੰ ਚੇਤੇ ਕਰਦਾ, ਆਪ ਦੀ ਯਾਦ ਹਿਰਦੇ ਵਿੱਚ ਵਸਾ ਲੈਂਦਾ। ਇਹ ਸੱਚੇ ਪਾਤਸ਼ਾਹ ਜਿਹੜਾ ਆਪ ਦਾ ਨਾਮ ਹੈ ਪਵਿੱਤਰ ਕਰ ਦੇਣ ਵਾਲਾ, ਉਹਨੂੰ ਮੈਂ ਕਦੇ ਸੰਭਾਲਿਆ ਨਹੀਂ। ਬੜੀ ਜ਼ਿਆਦੀ ਸਮਾਜ ਦੀ ਫਿਕਰ ਕਰਦਾ ਰਿਹਾ, ਬੜੀ ਜ਼ਿਆਦੀ ਪਰਿਵਾਰ ਦੀ ਫਿਕਰ ਕਰਦਾ ਰਿਹਾ। ਇਹ ਸਾਰੇ ਭਾਵੇਂ ਧਰਮ ਦੇ ਕਰਮ ਵੀ ਬਾਹਰੋਂ ਜੀਵ ਕਰਦਾ ਹੈ, ਪਰ ਨਾਮ ਤੇ ਨਿਸ਼ਚਾ ਨਹੀਂ ਆਉਂਦਾ, ਕਿਉਂਕਿ ਸੱਚ ਦੀ ਵਿਚਾਰ ਨੂੰ ਗ੍ਰਹਿਣ ਨਹੀਂ ਕਰਦਾ। ਮਨ ਬਾਹਰੋਂ ਦੇਹ ਦੀ ਫੋਕੀ ਵਡਿਆਈ ਵਿੱਚ ਫਸਿਆ ਰਹਿੰਦਾ ਹੈ, ਦੇਹ ਦੇ ਰਸਾਂ ਵਿੱਚ ਫਸਿਆ ਰਹਿੰਦਾ ਹੈ, ਸੱਚੇ ਵਿਚਾਰ ਨੂੰ ਗ੍ਰਹਿਣ ਨਹੀਂ ਕਰਦਾ। ਜਿਹੜਾ ਨਾਮ ਸਭ ਨੂੰ ਪਵਿੱਤਰ ਕਰ ਦੇਣ ਵਾਲਾ ਹੈ, ਮਹਾਰਾਜ ਮੈਂ ਉਹ ਕਦੇ ਸੰਭਾਲਿਆ ਨਹੀਂ, ਕਦੇ ਨਾਮ ਦਾ ਚਿੰਤਨ ਨਹੀਂ ਕੀਤਾ ਸੱਚੇ ਮਨ ਨਾਲ, ਇਕਾਗਰ ਚਿੱਤ ਹੋ ਕਰਕੇ ਨਾਮ ਵਿੱਚ ਸੁਰਤ ਨਹੀਂ ਟਿਕਾਈ। ਨਾਨਕ ਸਰਨ ਪਰਿਓ ਜਗ ਬੰਧਨ। ਸਤਿਗੁਰੂ ਜੀ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ? ਮੈਂ ਨਾਮ ਨਹੀਂ ਸੰਭਾਲ ਸਕਿਆ। ਸਤਿਗੁਰੂ ਜੀ ਕਹਿੰਦੇ ਨੇ ਬੇਨਤੀ ਕਰ ਬਈ ਸਿੱਖਾ, ਨਾਨਕ ਸਰਨ ਪਰਿਓ ਜਗ ਬੰਧਨ। ਜਿਹੜਾ ਜਗਤ ਦੇ ਬੰਦਨੀय ਹੈ ਨਾ ਮੇਰਾ ਵਾਹਿਗੁਰੂ, ਨਮਸਕਾਰ ਕਰਨ ਯੋਗ ਹੈ। ਜਿਸ ਵਾਹਿਗੁਰੂ ਦੇ ਅੱਗੇ ਸਤਿਗੁਰਾਂ ਜੀ ਨੇ ਕਿਹਾ ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਉਸ ਵਾਹਿਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਵੀ ਬੰਦਨਾ ਕਰ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਵਾਹਿਗੁਰੂ ਦੇ ਅੱਗੇ ਬੰਦਨਾ ਕਰ, ਨਮਸਕਾਰ ਕਰੋ। ਸੰਸਾਰੇ ਸੰਸਾਰ ਦੇ ਹੀ ਬੰਦਨੀਏ ਹੈ, ਨਮਸਕਾਰ ਕਰਨ ਯੋਗ ਹੈ। ਉਹਨੂੰ ਦੇਵੀ ਦੇਵਤੇ ਦੈਂਤ ਪੀਰ ਫਕੀਰ ਸਿੱਧ ਨਾਥ ਸਭ ਮਹਾਰਾਜ ਕਹਿੰਦੇ ਝੁਕਦੇ ਆ, ਨਮਸਕਾਰਾਂ ਕਰਦੇ ਆ। ਤੂੰ ਵੀ ਉਸ ਵਾਹਿਗੁਰੂ ਦੇ ਅੱਗੇ ਬੰਦਨਾ ਕਰ, ਨਮਸਕਾਰ ਕਰ ਉਸ ਵਾਹਿਗੁਰੂ ਦੇ ਅੱਗੇ। ਮਹਾਰਾਜ ਮੈਂ ਆਪਦੀ ਸ਼ਰਨ ਪੈ ਗਿਆ ਹਾਂ, ਹੇ ਬੰਦਨੀਏ ਪਰਮੇਸ਼ਰ, ਮੈਂ ਆਪਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਮਹਾਰਾਜ ਆਪਦੇ ਚਰਨਾਂ ਵਿੱਚ ਮਹਾਰਾਜ ਮੈਂ ਸੀਸ ਝੁਕਾ ਕੇ ਮੱਥਾ ਟੇਕਦਾ ਗਰੀਬ ਨਵਾਜ। ਇਉਂ ਸਤਿਗੁਰੂ ਜੀ ਦੇ ਅੱਗੇ ਮਹਾਰਾਜ ਕਹਿੰਦੇ ਭਾਈ ਬੰਦਨਾ ਕਰੀਏ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਸਤਿਗੁਰੂ ਜੀ ਦੀ ਸ਼ਰਨ ਪੈ ਜਾਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਰਾਖੋ ਬਿਰਦ ਤੁਹਾਰਾ। ਮਹਾਰਾਜ ਤੁਹਾਡਾ ਬਿਰਦ ਧਰਮ ਹੈ, ਸ਼ਰਨ ਪਏ ਦੀ ਲਾਜ ਰੱਖ ਦਿਓ। ਕਿਰਪਾ ਕਰਕੇ ਮਹਾਰਾਜ ਮੇਰੀ ਰੱਖਿਆ ਕਰ ਲਓ। ਨਾਮ ਚੇਤੇ ਕਰਨਾ ਚਾਹੀਦਾ ਸੀ ਮਹਾਰਾਜ, ਮੇਥੋਂ ਨਾਮ ਦਾ ਚਿੰਤਨ ਨਹੀਂ ਹੋਇਆ, ਕਦੇ ਨਹੀਂ ਸੰਭਾਲਿਆ ਆਪ ਦਾ ਪਵਿੱਤਰ ਨਾਮ ਇਸ ਜਗਤ ਦੇ ਅੰਦਰ। ਮਹਾਰਾਜ ਜੀਵਨ ਵਿਅਰਥ ਗਵਾ ਲਿਆ ਸਾਰਾ ਹੀ, ਸੱਚੇ ਨਾਮ ਦੀ ਵਿਚਾਰ ਨੂੰ ਗ੍ਰਹਿਣ ਨਹੀਂ ਕੀਤਾ। ਐਵੇਂ ਫਜ਼ੂਲ ਦੇ ਕੰਮਾਂ ਵਿੱਚ ਹੀ ਮਹਾਰਾਜ ਸਾਰਾ ਮੇਰਾ ਦਿਨ ਤੇ ਰਾਤ ਬਰਬਾਦ ਹੋ ਗਿਆ। ਸੌਂ ਸੌਂ ਕੇ ਖਾ ਖਾ ਕੇ ਭੋਗ ਭੋਗ ਕੇ ਸਾਰਾ ਜੀਵਨ ਹੀ ਦਫਾ ਕਰ ਲਿਆ। ਮਹਾਰਾਜ ਆਪ ਦਾ ਨਾਮ ਨਹੀਂ ਜਪਿਆ। ਇੰਨਾ ਢੀਠ ਕਿਸੇ ਵੀ ਉਪਦੇਸ਼ ਨੂੰ ਮਨ ਨੇ ਮੰਨਿਆ ਹੀ ਨਹੀਂ। ਹੇ ਮਹਾਰਾਜ ਮੈਂ ਆਪ ਦੀ ਸ਼ਰਨ ਪੈ ਗਿਆ, ਕਿਰਪਾ ਕਰਕੇ ਮਹਾਰਾਜ ਮੇਰੀ ਲਾਜ ਰੱਖ ਲਓ, ਮੇਰੀ ਪੱਤ ਢੱਕ ਲਓ। ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰ ਲਓ, ਮੈਨੂੰ ਆਪਣੇ ਨਾਮ ਦੇ ਚਿੰਤਨ ਦੀ ਦਾਤ ਬਖਸ਼ ਦਿਓ। ਆਪਦੇ ਨਾਮ ਵਿੱਚ ਪ੍ਰੀਤ ਲਾਉਣ ਦੀ ਮਹਾਰਾਜ ਮੈਨੂੰ ਕਿਰਪਾ ਕਰਕੇ ਦਾਤ ਦੇ ਦਿਓ। ਮਿਹਰ ਕਰੋ ਸੱਚੇ ਪਾਤਸ਼ਾਹ, ਤੁਹਾਥੋਂ ਬਿਨਾਂ ਮੇਰਾ ਕੋਈ ਉਧਾਰ ਨਹੀਂ ਕਰ ਸਕਦਾ। ਮੈਨੂੰ ਉਧਾਰ ਲਓ ਮਹਾਰਾਜ, ਕਿਰਪਾ ਕਰਕੇ ਵਿਕਾਰਾਂ ਤੋਂ, ਔਗਣਾਂ ਤੋਂ, ਪਾਪਾਂ ਤੋਂ, ਇਸ ਸੰਸਾਰ ਦੇ ਰਸਾਂ ਤੋਂ ਮਹਾਰਾਜ ਮੇਰੀ ਰੱਖਿਆ ਕਰ ਲਓ ਕਿ ਇਹਨਾਂ ਵਿੱਚ ਮੈਂ ਫਸਾਂ ਨਾ। ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ, ਆਪਦੇ ਨਾਮ ਦਾ ਰਸ ਤੇ ਪਿਆਰ ਬਖਸ਼ਿਸ਼ ਕਰੋ। ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੇਨਤੀ ਕਰਨ ਦੀ ਗਰੀਬ ਨਵਾਜ ਜੀ ਨੇ ਜਾਚ ਦੱਸੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇ ਗ੍ਰਹਿਣ ਕਰਨ ਵਾਲੀ ਕੋਈ ਚੀਜ਼ ਹੈ ਸੰਸਾਰ ਦੇ ਅੰਦਰ, ਵਸਤੂ ਹੈ, ਤੇ ਇਹ ਸਿੱਖਾ ਉਹ ਤੇਰੀ ਆਤਮਿਕ ਵਸਤੂ ਹੈ। ਆਪਣੀ ਆਤਮਿਕ ਵਸਤੂ ਨੂੰ ਗ੍ਰਹਿਣ ਕਰ ਲੈ, ਪਹਿਚਾਣ ਲੈ। ਜਦੋਂ ਤੂੰ ਆਪਣੇ ਅੰਦਰ ਉਸ ਦੀ ਖੋਜ ਕਰ ਲੇਗਾ ਨਾ, ਤੇ ਤੇਰਾ ਜੀਵਨ ਜਿਹੜਾ ਉਹ ਸਕਾਰਥ ਹੋ ਜਾਏਗਾ, ਸਫਲਾ ਹੋ ਜਾਏਗਾ, ਤੇਰਾ ਆਉਣਾ ਲੇਖੇ 'ਚ ਪਏਗਾ। ਇਸੇ ਪ੍ਰਯੋਜਨ ਕਰਕੇ ਤੈਨੂੰ ਮਨੁੱਖਾ ਜਨਮ ਮਿਲਿਆ, ਤੇਰਾ ਉਹ ਪ੍ਰਯੋਜਨ ਪੂਰਾ ਹੋ ਜਾਏਗਾ। ਇਹ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਦੇ ਐ। ਤੇ ਗਰੀਬ ਨਵਾਜ ਜੀ ਨੇ ਅਖੀਰ ਵਿੱਚ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੀ ਹੈ ਕਿ ਜੇ ਕੁਝ ਨਹੀਂ ਹੋਰ ਤੇਥੋਂ ਹੋ ਸਕਿਆ ਤੇ ਫਿਰ ਪੂਰੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈ ਜਾ, ਨਿਰੰਕਾਰ ਦੀ ਸ਼ਰਨ ਪੈ ਜਾ।
ਮਹਾਰਾਜ ਸੱਚੇ ਪਾਤਸ਼ਾਹ ਦਾ ਬਿਰਦ ਵੈ। ਸ਼ਰਨ ਪਏ ਦੀ ਲਾਜ ਰੱਖ ਲੈਂਦੇ ਐ, ਵਕਾਰਾਂ ਤੋਂ ਔਗਣਾਂ ਤੋਂ ਬਚਾ ਲੈਂਦੇ ਐ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹਿ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਦਨ, ਰਾਖਹੁ ਬਿਰਦ ਤੁਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।